हेलो स्टूडेंट, लास्ट ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤੀ ਕੰਸਟਰਕਸ਼ਨ ਆਫ ਸਾਈਕਲੋਟ੍ਰੋਨ ਵਰਕਿੰਗ ਐਂਡ ਆਲ। ਠੀਕ ਹੈ, ਉਸ ਤੋਂ ਬਾਅਦ ਅਸੀਂ ਸਟਾਰਟ ਕੀਤਾ ਆਪਣਾ ਫਰਸਟ ਪਾਰਟ ਜੋ ਕਿ ਅਸੀਂ ਹੁਣ ਤੱਕ ਨਹੀਂ ਸਟੱਡੀ ਕੀਤਾ ਸੀ ਕਿ ਅਗਰ ਕੋਈ ਚਾਰਜ ਹੈ ਜਿਹੜਾ ਉਹ ਮੂਵ ਕਰਦਾ ਹੈ ਤਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਹੈ। ਉੱਥੇ ਮੈਂ ਤੁਹਾਨੂੰ ਸਿੰਪਲੀ ਇੱਕ ਇੰਟਰੋਡਕਸ਼ਨ ਦਿੱਤੀ ਲਾਸਟ ਲੈਕਚਰ ਦੇ ਵਿੱਚ ਕਿ ਜਦੋਂ ਵੀ ਸਾਡਾ ਚਾਰਜ ਹੈ ਜਿਹੜਾ ਉਹ ਮੂਵ ਕਰੇਗਾ ਤਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗਾ। ਮੈਗਨੈਟਿਕ ਫੀਲਡ ਕੀ ਹੁੰਦਾ ਹੈ ਇਹ ਅਸੀਂ ਡਿਸਕਸ ਕੀਤਾ। ਮੈਗਨੈਟਿਕ ਫੀਲਡ ਨੂੰ ਅਸੀਂ ਕਿਸ ਤਰ੍ਹਾਂ ਪਲੇ ਕਰ ਸਕਦੇ ਹਾਂ, ਮੀਨਸ ਉਸਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹਾਂ। ਅਗਰ ਮੈਥਮੈਟੀਕਲ ਫਾਰਮ 'ਚ ਉਸਨੂੰ ਅਸੀਂ ਸਮਝਣਾ ਹੋਏ ਦੈਟ ਇਜ਼ ਟੂ ਡਿਫਿਕਲਟ। ਠੀਕ ਹੈ, ਤਾਂ ਉਸਦੇ ਲਈ ਅਸੀਂ ਸਿੰਪਲ ਜਿਵੇਂ ਇਲੈਕਟ੍ਰਿਕ ਫੀਲਡ ਦੇ ਵਿੱਚ ਇਲੈਕਟ੍ਰਿਕ ਫੀਲਡ ਲਾਈਨਸ ਦੇ ਨਾਲ ਹੈਲਪ ਲਿੱਤੀ ਸੀ, ਉਸੇ ਤਰ੍ਹਾਂ ਮੈਗਨੈਟਿਕ ਫੀਲਡ ਲਾਈਨਸ ਨੂੰ ਅਸੀਂ ਡਰਾ ਕੀਤਾ ਇੱਕ ਬਾਰ ਮੈਗਨੇਟ ਦੇ ਉੱਪਰ ਤੇ ਉਸ ਦੀਆਂ ਪ੍ਰੋਪਰਟੀਜ਼ ਨੂੰ ਅਸੀਂ ਸਟੱਡੀ ਕੀਤਾ। ਠੀਕ, ਹੁਣ ਵਾਪਿਸ ਥੋੜੀ ਦੇਰ ਲਈ ਅਸੀਂ ਇਲੈਕਟ੍ਰਿਕ ਫੀਲਡ ਦੇ ਵਿੱਚ ਚੱਲਦੇ ਹਾਂ, ਇਲੈਕਟ੍ਰੋਸਟੈਟਿਕਸ ਦੇ ਵਿੱਚ ਚੱਲਦੇ ਹਾਂ। ਉੱਥੇ ਅਸੀਂ ਡਿਸਕਸ ਕੀਤਾ ਸੀਗਾ ਕਿ ਅਗਰ ਕਿਸੇ ਜਗ੍ਹਾ ਤੇ ਕਿਸੇ ਵੀ ਸਪੇਸ ਦੇ ਵਿੱਚ ਅਸੀਂ ਦੱਸਣਾ ਹੋਏ ਕਿ ਇਲੈਕਟ੍ਰਿਕ ਫੀਲਡ ਐਗਜ਼ਿਸਟ ਕਰਦਾ ਹੈ ਜਾਂ ਨਹੀਂ ਕਰਦਾ ਤਾਂ ਅਸੀਂ ਕੀ ਕਰਾਂਗੇ। ਸਿੰਪਲ ਜੀ ਗੱਲ ਹੈ, ਤੁਸੀਂ ਕੋਈ ਵੀ ਚਾਰਜ ਲਓਗੇ, ਸੇ ਪੋਜ਼ਿਟਿਵ ਚਾਰਜ ਲਓਗੇ, ਜਿੱਥੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕੀ ਉਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਹੈ ਉਸ ਪੋਰਸ਼ਨ ਦੇ ਵਿੱਚ ਕਿ ਨਹੀਂ, ਤੁਸੀਂ ਉਸ ਚਾਰਜ ਨੂੰ ਉਸ ਸਪੇਸ ਦੇ ਵਿੱਚ ਰੱਖੋਗੇ। ਠੀਕ ਹੈ, ਅਗਰ ਤਾਂ ਚਾਰਜ ਦੇ ਉੱਪਰ ਕੋਈ ਫੋਰਸ ਲੱਗ ਰਹੀ ਹੈ ਇਟ ਮੀਨਸ ਉੱਥੇ ਇਲੈਕਟ੍ਰਿਕ ਫੀਲਡ ਐਗਜ਼ਿਸਟ ਕਰਦਾ ਹੈ। ਅਗਰ ਚਾਰਜ ਦੇ ਉੱਪਰ ਕੋਈ ਫੋਰਸ ਨਹੀਂ ਲੱਗ ਰਹੀ ਹੈ ਦੈਟ ਮੀਨਸ ਕਿ ਉੱਥੇ ਇਲੈਕਟ੍ਰਿਕ ਫੀਲਡ ਨਹੀਂ ਹੈ। ਅਗਲਾ ਕੁਐਸਚਨ, ਹੁਣ ਅਗਰ ਅਸੀਂ ਇਹ ਦੇਖਣਾ ਹੋਏ ਕਿ ਜਿਹੜਾ ਇਲੈਕਟ੍ਰਿਕ ਫੀਲਡ ਉਸ ਚਾਰਜ ਤੇ ਲੱਗ ਰਿਹਾ ਹੈ ਉਸ ਦੀ ਡਾਇਰੈਕਸ਼ਨ ਕੀ ਹੈ ਤੇ ਫੀਲਡ ਲਾਈਨ ਕਿਸ ਤਰ੍ਹਾਂ ਦੀ ਬਣ ਰਹੀ ਹੈ ਤਾਂ ਅਸੀਂ ਕਿਵੇਂ ਦੇਖਾਂਗੇ। ਉਹ ਵੀ ਬਹੁਤ ਸਿੰਪਲ ਹੈ। ਤੁਹਾਨੂੰ ਪਤਾ ਹੈ ਚਾਰਜ ਨੂੰ ਅਲੱਗ-ਅਲੱਗ ਜਗ੍ਹਾ ਤੇ ਰੱਖੋ, ਦੇਖੋ ਟੈਂਜੈਂਟ ਲਗਾ ਕੇ ਕਿ ਜਿਹੜੀ ਫੋਰਸ ਦੀ ਡਾਇਰੈਕਸ਼ਨ ਹੈ ਉਹ ਕਿੱਧਰ ਲੱਗ ਰਹੀ ਹੈ। ਜਦੋਂ ਤੁਸੀਂ ਉਹ ਸਾਰੀਆਂ ਡਾਇਰੈਕਸ਼ਨਸ ਨੂੰ ਕੰਬਾਈਨ ਕਰੋਗੇ ਦੈਨ ਯੂ ਵਿਲ ਗੈਟ ਦਾ ਇਲੈਕਟ੍ਰਿਕ ਫੀਲਡ ਲਾਈਨ। ਸੋ ਸਿੰਪਲ। ਹੁਣ ਕੁਐਸਚਨ ਇਹ ਹੈ, ਵਾਪਸ ਅਸੀਂ ਮੈਗਨੇਟਿਜ਼ਮ ਦੇ ਵਿੱਚ ਆਉਂਦੇ ਹਾਂ। ਕੁਐਸਚਨ ਇਹ ਹੈ ਕਿ ਅਗਰ ਅਸੀਂ ਸੇਮ ਚੀਜ਼ ਇਹ ਦੇਖਣੀ ਹੋਏ ਕਿ ਕੁਝ ਇੱਕ ਸਪੇਸ ਹੈ ਸਾਡੇ ਕੋਲ ਕਿ ਉੱਥੇ ਮੈਗਨੈਟਿਕ ਫੀਲਡ ਹੈ ਜਾਂ ਨਹੀਂ ਤਾਂ ਅਸੀਂ ਕਿਸ ਤਰ੍ਹਾਂ ਦੇਖਾਂਗੇ। ਕਿ ਇਲੈਕਟ੍ਰਿਕ ਫੀਲਡ ਦੀ ਤਰ੍ਹਾਂ ਇਲੈਕਟ੍ਰੋਸਟੈਟਿਕਸ ਦੀ ਤਰ੍ਹਾਂ ਸਾਡੇ ਕੋਲ ਸਿੰਪਲ ਮੈਥਡ ਹੈ ਤਾਂ ਆਨਸਰ ਥੋੜਾ ਟਿਪੀਕਲ ਹੈ। ਕਿਸ ਤਰ੍ਹਾਂ ਦੇਖੋ, ਇਲੈਕਟ੍ਰੋਸਟੈਟਿਕ 'ਚ ਮੈਂ ਬਾਰ-ਬਾਰ ਤੁਹਾਨੂੰ ਦੱਸ ਰਹੀ ਹਾਂ ਸਾਡੇ ਕੋਲ ਸੈਪਰੇਟ ਪੋਜ਼ਿਟਿਵ ਤੇ ਸੈਪਰੇਟ ਨੈਗੇਟਿਵ ਚਾਰਜ ਹੈ ਜਿਸ ਨੂੰ ਅਸੀਂ ਅਲੱਗ-ਅਲੱਗ ਯੂਜ਼ ਕਰ ਸਕਦੇ ਹਾਂ। ਬਟ ਜਦੋਂ ਅਸੀਂ ਮੈਗਨੇਟਿਜ਼ਮ ਦੀ ਗੱਲ ਕਰਦੇ ਹਾਂ ਉਦੋਂ ਸਾਡੇ ਕੋਲ ਇੱਕ ਮੈਗਨੇਟ ਹੈ ਜਿਹਦੇ ਨੌਰਥ ਤੇ ਸਾਊਥ ਪੋਲ ਨੂੰ ਅਸੀਂ ਸੈਪਰੇਟ ਨਹੀਂ ਕਰ ਸਕਦੇ। ਕਲੀਅਰ। ਸੋ ਅਸੀਂ ਦੱਸਣਾ ਹੈ ਅਗਰ ਕਿ ਕਿਸੇ ਸਪੇਸ ਦੇ ਵਿੱਚ ਮੈਗਨੈਟਿਕ ਫੀਲਡ ਹੈ ਜਾਂ ਨਹੀਂ ਤੇ ਉਸਦੀ ਕੀ ਡਾਇਰੈਕਸ਼ਨ ਹੈ, ਉਸ ਨੂੰ ਦੇਖਣ ਦੇ ਲਈ ਸਾਨੂੰ ਯੂਜ਼ ਕਰਨਾ ਪਏਗਾ ਮੈਗਨੈਟਿਕ ਕੰਪਸ। ਅਸੀਂ ਕੰਪਸ ਬਾਰੇ ਵੀ ਦੱਸ ਚੁੱਕੇ ਹਾਂ ਕਿ ਜਦੋਂ ਸਟਾਰਟ ਕੀਤਾ ਸੀਗਾ ਯੂਨਿਟ ਮੈਗਨੇਟਿਜ਼ਮ ਦਾ ਕਿ ਜਿਹੜੇ ਚਾਈਨੀਜ਼ ਪੀਪਲ ਸੀਗੇ ਉਹਨਾਂ ਨੇ ਮੈਗਨੀਸ਼ੀਆ ਸਟੋਨਸ ਤੋਂ ਮੈਗਨੈਟਿਕ ਕੰਪਸ ਬਣਾ ਲਈ ਜਿਹਨੂੰ ਉਹ ਯੂਜ਼ ਕਰਦੇ ਸੀ ਸੀ ਦੇ ਵਿੱਚ ਡਾਇਰੈਕਸ਼ਨਸ ਫਾਈਂਡ ਆਊਟ ਕਰਨ ਦੇ ਲਈ। ਉਦੋਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਵਰਕ ਕਿਸ ਤਰ੍ਹਾਂ ਕਰ ਰਹੀ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੀ ਅਰਥ ਹੈ ਉਹ ਇੱਕ ਹਿਊਜ ਮੈਗਨੇਟ ਹੈ, ਉਸ ਦੀ ਵਜ੍ਹਾ ਕਰਕੇ ਉਹ ਮੈਗਨੈਟਿਕ ਕੰਪਸ ਹੈ ਜਿਹੜੀ ਉਹ ਵਰਕ ਕਰਦੀ ਹੈ। ਕਲੀਅਰ। ਸੋ ਅਸੀਂ ਹੈਲਪ ਲਵਾਂਗੇ ਮੈਗਨੈਟਿਕ ਕੰਪਸ ਦੀ। ਕਲੀਅਰ। ਤਾਂ ਕੀ ਹੁੰਦਾ ਹੈ, ਸਪੋਜ਼ ਕਰੋ ਮੈਗਨੈਟਿਕ ਫੀਲਡ ਹੈ ਜਿਹੜਾ ਸਾਡਾ ਉਹ ਇਸ ਡਾਇਰੈਕਸ਼ਨ ਦੇ ਵਿੱਚ ਲੱਗ ਰਿਹਾ ਹੈ। ਕਲੀਅਰ। ਤੇ ਇੱਥੇ ਅਸੀਂ ਇੱਕ ਮੈਗਨੈਟਿਕ ਨੀਡਲ ਕੰਪਸ ਰੱਖੀ ਹੈ ਜਿਸ ਦੀ ਨੀਡਲ ਤਾਂ ਕੀ ਹੋਏਗਾ ਜਦੋਂ ਅਸੀਂ ਇਸ ਕੰਪਸ ਨੂੰ ਮੈਗਨੈਟਿਕ ਫੀਲਡ ਦੇ ਅੰਦਰ ਰੱਖਾਂਗੇ ਤਾਂ ਫੋਰਸ ਲੱਗੇਗੀ। ਕਿਸ ਤਰ੍ਹਾਂ ਲੱਗੇਗੀ ਕਿ ਜਿਹੜਾ ਨਾਰਥ ਪੋਲ ਹੈ that will move toward the direction of magnetic field and the south pole will move in the direction opposite to the magnetic field. Simple. ਜਦੋਂ ਵੀ ਕਿਸੇ ਵੀ ਮੈਗਨੈਟਿਕ ਕੰਪਸ ਨੂੰ ਤੁਸੀਂ ਮੈਗਨੈਟਿਕ ਫੀਲਡ ਦੇ ਅੰਦਰ ਪਲੇਸ ਕੀਤਾ ਤਾਂ ਮੂਵ ਕਰੇਗੀ, ਉਦੋਂ ਤੱਕ ਮੂਵ ਕਰਦੀ ਰਹੇਗੀ ਜਦੋਂ ਤੱਕ ਕਿ ਜਿਹੜਾ ਨਾਰਥ ਪੋਲ ਹੈ ਉਹ ਬਿਲਕੁਲ ਅਲਾਈਨ ਨਹੀਂ ਹੋ ਜਾਂਦਾ ਟੂਵਰਡ ਦਾ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਤੇ ਜਿਹੜਾ ਸਾਊਥ ਪੋਲ ਹੈ ਉਹ ਉਦੋਂ ਤੱਕ ਮੂਵ ਕਰੇਗਾ ਜਦੋਂ ਤੱਕ ਕਿ ਬਿਲਕੁਲ ਆਪੋਜ਼ਿਟ ਡਾਇਰੈਕਸ਼ਨ ਨਹੀਂ ਹੋ ਜਾਂਦੀ ਅਪਲਾਈਡ ਮੈਗਨੈਟਿਕ ਫੀਲਡ ਦੇ। ਸੋ ਨਾਰਥ ਪੋਲ ਵਿਲ ਮੂਵ toward the direction of magnetic field and the south pole will move in the opposite direction. Clear? Mystery solved. ਤਾਂ ਜਿੱਥੇ ਸਪੇਸ ਤੇ ਤੁਹਾਨੂੰ ਪਤਾ ਹੋਊਗਾ
कि पता करना होएगा कि मैग्नेटिक फील्ड है या नहीं, सिंपली यू विल प्लेस द magnetic compass in that space, and if it align itself in the direction, north will point toward the direction of magnetic field and the south pole will point in the opposite direction to the applied magnetic field. Clear? So mystery solve. ਹੁਣ ਅਸੀਂ ਕੀ ਦੇਖਿਆ ਸੀ ਕਿ ਜਦੋਂ ਅਰਸਟ ਨੇ 1820 ਦੇ ਵਿੱਚ ਇੱਕ ਫਿਨੋਮੀਨਾ ਲੈ ਕੇ ਆਇਆ ਕਿ ਜਿਹੜੀ ਇਲੈਕਟ੍ਰਿਸਿਟੀ ਹੈ ਦੈਟ ਇਜ਼ ਰਿਲੇਟਡ ਟੂ ਦਾ ਮੈਗਨੇਟਿਜ਼ਮ। ਅਸਰ ਦਾ ਐਕਸਪੈਰੀਮੈਂਟ ਕੀ ਸੀਗਾ ਕਿ ਇੱਕ ਵਾਇਰ ਹੈ ਜਿਸ ਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਹੈ, ਤਾਂ ਅਗਰ ਉਸਦੇ ਕੋਲ ਇਸੇ ਤਰ੍ਹਾਂ ਦੀ ਇੱਕ ਮੈਗਨੈਟਿਕ ਕੰਪਸ ਅਸੀਂ ਰੱਖੀਏ ਤਾਂ ਉਹ ਡਿਫਲੈਕਟ ਕਰ ਰਹੀ ਸੀ। ਠੀਕ ਹੈ, ਹੁਣ ਇਹ ਚੀਜ਼ ਬਹੁਤ ਸਟ੍ਰੇਂਜ ਸੀ, ਅੱਜ ਨਹੀਂ ਲੱਗ ਰਹੀ ਬਟ ਉਸ ਟਾਈਮ ਸਟ੍ਰੇਂਜ ਸੀ। ਕਿਉਂ? ਕਿਉਂਕਿ ਉਸ ਟਾਈਮ 'ਤੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸਿਰਫ ਇਹੀ ਪਤਾ ਸੀਗਾ ਕਿ ਜਿਹੜੀ ਫੋਰਸ ਹੈ ਉਹ ਜਾਂ ਪੁਸ਼ ਹੋ ਸਕਦੀ ਹੈ ਜਾਂ ਪੁੱਲ ਹੋ ਸਕਦੀ ਹੈ। ਮੋਰਓਵਰ ਉਸ ਟਾਈਮ ਇੱਕ ਫਿਲਾਸਫਰ ਸੀ ਕੈਂਟ, ਜਿਨ੍ਹਾਂ ਦਾ ਇਹ ਮੰਨਣਾ ਸੀਗਾ ਕਿ ਜਿੰਨੀਆਂ ਵੀ ਫੋਰਸਿਸ ਨੇ ਨੇਚਰ ਦੀਆਂ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਨਾ ਕੋਈ ਰਿਲੇਸ਼ਨ ਹੈ। ਜਿਵੇਂ ਅਸੀਂ ਇਲੈਕਟ੍ਰਿਕ ਫੋਰਸ ਦੀ ਗੱਲ ਕਰੀਏ ਜਾਂ ਮੈਗਨੈਟਿਕ ਫੋਰਸ ਦੀ ਗੱਲ ਕਰੀਏ, ਉਹਨਾਂ ਦੇ ਵਿੱਚ ਕੁਛ ਨਾ ਕੁਛ ਰਿਲੇਸ਼ਨ ਹੈ। ਇਹ ਉਹਨਾਂ ਦੀ ਫਿਲਾਸਫੀ ਸੀ। ਠੀਕ ਹੈ, ਅਰਸਟ ਦਾ ਨੇ ਜਦੋਂ ਇਸ ਚੀਜ਼ ਵੱਲ ਮਤਲਬ ਉਹਨਾਂ ਦੀ ਫਿਲਾਸਫੀ ਨੂੰ ਸੁਣਿਆ ਤਾਂ ਉਸਨੂੰ ਵੀ ਥੋੜਾ ਫੀਲ ਹੋਇਆ ਕਿ ਯੈਸ ਐਕਚੁਅਲੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਮਤਲਬ ਜੋ ਵੀ ਅਰਸਟ ਦੇ ਐਕਸਪੈਰੀਮੈਂਟ ਦੇ ਰਿਜ਼ਲਟ ਸੀ ਉਹ ਕੋਈ ਸਡਨਲੀ ਨਹੀਂ ਹੋਏ। ਅਸੀਂ ਇਹ ਕਹਿ ਰਹੇ ਹਾਂ ਕਿ ਉਹਨਾਂ ਨੇ ਕਰੰਟ ਕੈਰਿੰਗ ਵਾਇਰ ਨਾਲ ਉਹ ਐਕਸਪੈਰੀਮੈਂਟ ਕਰ ਰਹੇ ਸੀ, ਬਾਈ ਚਾਂਸ ਨੀਡਲ ਉੱਤੇ ਪਈ ਸੀ, ਮੀਨਸ ਹੀ ਵਾਜ਼ ਡੂਇੰਗ ਦਾ ਸੇਮ ਥਿੰਗ ਬਟ ਲੱਕੀਲੀ ਕਿ ਉੱਥੇ ਉਹ ਨਿਡਲ ਸੀ ਤੇ ਉਸਨੇ ਡਿਫਲੈਕਟ ਕੀਤਾ। ਠੀਕ ਹੈ, ਜਦੋਂ ਉਹ ਨਿਡਲ ਨੇ ਡਿਫਲੈਕਟ ਕੀਤਾ ਤਾਂ ਉਹ ਸਟ੍ਰੇਂਜ ਬਿਹੇਵੀਅਰ ਸੀਗਾ ਕਿਉਂਕਿ ਦੈਟ ਫੋਰਸ ਵਾਜ਼ ਡਿਫਰੈਂਟ ਫਰੋਮ ਦੀ ਐਗਜ਼ਿਸਟਿੰਗ ਫੋਰਸਿਸ ਬਿਕੋਜ਼ these forces were only push and pull and this force was acting sideways। ਹੁਣ ਜਦੋਂ ਵੀ ਕੁਝ ਨਿਊ ਹੁੰਦਾ ਹੈ ਤਾਂ ਸਾਰੇ ਲੋਕ ਉਸ ਵੱਲ ਭੱਜਦੇ ਨੇ। ਕੋਈ ਨਿਊ ਫੈਸ਼ਨ ਆਉਂਦਾ ਹੈ ਤਾਂ ਸਾਰੀ ਫੌਜ ਉੱਧਰ ਚਲੀ ਜਾਂਦੀ ਹੈ ਕਿ ਨਾ ਹੁਣ ਅਸੀਂ ਉਸਨੂੰ ਬਾਈ ਕਰ ਲਈਏ। ਠੀਕ ਹੈ, ਸੇਮ ਉਦੋਂ ਹੋਇਆ ਜਦੋਂ ਵੀ ਕੁਝ ਸਾਇੰਸ ਦੇ ਵਿੱਚ ਨਿਊ ਆਉਂਦਾ ਹੈ ਤਾਂ ਸਾਰੇ ਲੋਕ ਉਸ ਵੱਲ ਭੱਜਦੇ ਨੇ ਕਿ ਖੁਦੇਰ ਕੇ ਦੇਖ ਲਈਏ ਕਿ ਕੁਝ ਹੋਰ ਕੀ ਲੱਭ ਰਿਹਾ ਹੈ। ਸੇਮ ਉਦੋਂ ਹੋਇਆ। ਐਂਪੀਅਰ ਜਿਹੜੇ ਕਿ ਉਸ ਟਾਈਮ ਜਿਨ੍ਹਾਂ ਦੇ ਨਾਮ 'ਤੇ ਕਰੰਟ ਦੇ ਯੂਨਿਟਸ ਬਣੇ ਹੋਏ ਨੇ ਅਤੇ ਜਿਨ੍ਹਾਂ ਦਾ ਲਾਅ ਵੀ ਅਸੀਂ ਪੜ੍ਹਾਂਗੇ ਇਸੇ ਯੂਨਿਟ ਦੇ ਵਿੱਚ ਥੋੜ੍ਹੇ ਜਿਹੇ ਲੈਕਚਰਸ ਤੋਂ ਬਾਅਦ। ਅਤੇ ਉਹਨਾਂ ਨੇ ਉਹ ਬਹੁਤ ਅੱਛੇ ਮੀਨਸ ਸਟਰੋਂਗ ਮੈਥਮੈਟੀਸ਼ੀਅਨਸ ਵੀ ਸੀ ਅਤੇ ਉਹਨਾਂ ਨੇ ਕੀ ਕੀਤਾ, ਇਸ ਚੀਜ਼ ਨੂੰ ਨਿਊਟੋਨੀਅਨ ਮਕੈਨਿਕਸ ਦੀ ਹੈਲਪ ਦੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਕਿ ਇਲੈਕਟ੍ਰਿਸਿਟੀ ਔਰ ਮੈਗਨੇਟਿਜ਼ਮ ਦੇ ਵਿੱਚ ਕੁਝ ਰਿਲੇਸ਼ਨ ਹੈ। ਠੀਕ ਹੈ, ਅਤੇ ਇਸ ਚੀਜ਼ ਨੂੰ ਉਹਨਾਂ ਨੇ ਸੋਲਵ ਕਰਨ ਦੀ ਕੋਸ਼ਿਸ਼ ਕੀਤੀ। ਦੂਸਰੀ ਸਾਈਡ 'ਤੇ ਸਾਡੇ ਕੋਲ ਇੱਕ ਹੋਰ ਪਰਸਨ ਸੀ, ਮਾਈਕਲ ਫੈਰਾਡੇ। ਮਾਈਕਲ ਫੈਰਾਡੇ ਇੱਕ ਮੈਥਮੈਟੀਸ਼ੀਅਨ ਨਹੀਂ ਸੀ, ਉਹ ਇੱਕ ਵਿਜ਼ੂਅਲਾਈਜ਼ਰ ਸੀ। ਮੀਨਸ ਉਹ ਹਰ ਚੀਜ਼ ਨੂੰ ਸਾਇੰਸ ਦੀ ਨੂੰ ਵਿਜ਼ੂਅਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਸੀ। ਤਾਂ ਉਹਨਾਂ ਨੇ ਕੀ ਵਿਜ਼ੂਅਲਾਈਜ਼ ਕੀਤਾ ਕਿ ਜਦੋਂ ਵੀ ਕਿਸੇ ਵਾਇਰ ਦੇ ਵਿੱਚ ਕਰੰਟ ਅਸੀਂ ਪਾਸ ਔਨ ਕਰੀਏ, ਠੀਕ ਹੈ, ਤਾਂ ਇੱਕ ਫੋਰਸ ਜਨਰੇਟ ਹੁੰਦੀ ਹੈ, ਇੱਕ ਸਰਕੂਲਰ ਫੋਰਸ ਜਨਰੇਟ ਹੁੰਦੀ ਹੈ, ਸਰਕੂਲਰ ਫੋਰਸ। ਉਹਨਾਂ ਨੇ ਇਸ ਚੀਜ਼ ਨੂੰ ਵਿਜ਼ੂਅਲਾਈਜ਼ ਕੀਤਾ। ਲੇਟਰ ਔਨ ਅਸੀਂ ਇਸੇ ਥਿਓਰੀ ਨੂੰ ਯੂਜ਼ ਕਰਕੇ ਫੀਲਡ ਦਾ ਕਨਸੈਪਟ ਸਾਡੇ ਸਾਹਮਣੇ ਆਇਆ। ਤਾਂ ਮਾਈਕਲ ਫੈਰਾਡੇ ਨੇ ਕੀ ਕਿਹਾ ਕਿ ਜਦੋਂ ਵੀ ਅਸੀਂ ਕਿਸੇ ਵਾਇਰ ਦੇ ਵਿੱਚ ਕਰੰਟ ਪਾਸ ਔਨ ਕਰਦੇ ਹਾਂ ਤਾਂ ਉਸ ਵਾਇਰ ਦੇ ਅਰਾਊਂਡ ਸਰਕੂਲਰ ਮੋਸ਼ਨ ਦੇ ਵਿੱਚ ਇੱਕ ਫੋਰਸ ਫੀਲ ਹੁੰਦੀ ਹੈ। ਠੀਕ ਹੈ, ਹੁਣ ਇਸੇ ਚੀਜ਼ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵਿਦ ਦੀ ਹੈਲਪ ਆਫ ਮੈਗਨੈਟਿਕ ਕੰਪਸ। ਮੈਂ ਇਸੇ ਲਈ ਇਹ ਕਨਸੈਪਟ ਤੁਹਾਨੂੰ ਸਮਝਾਇਆ ਸੀ। ਠੀਕ ਹੈ, ਸਾਡੇ ਕੋਲ ਕੋਈ ਵਾਇਰ ਹੈ, ਠੀਕ, ਇਸ ਦੇ ਵਿੱਚ ਕੋਈ ਕਰੰਟ ਫਲੋ ਨਹੀਂ ਕਰ ਰਿਹਾ। ਠੀਕ, ਸਪੋਜ਼ ਆ ਅਰਥ ਦਾ ਨੌਰਥ ਪੋਲ ਹੈ ਤੇ ਇਹ ਸਾਊਥ ਪੋਲ ਹੈ, ਕੋਈ ਕਰੰਟ ਫਲੋ ਨਹੀਂ ਕਰ ਰਿਹਾ। ਤਾਂ ਜਦੋਂ ਵੀ ਅਸੀਂ ਮੈਗਨੈਟਿਕ ਕੰਪਸ ਇੱਥੇ ਰੱਖਾਂਗੇ ਤਾਂ ਕੀ ਹੋਏਗਾ, ਕੰਪਸ ਦਾ ਨੌਰਥ ਵੱਲ ਨੂੰ ਪੁਆਇੰਟ ਕਰੇਗਾ ਤੇ ਸਾਊਥ
साउथवर्ड। ठीक है, कोई करंट फ्लो नहीं कर रहा, कुछ नहीं हो रहा। ठीक है, लाइक दिस। हुन नेक्स्ट अगला क्वेश्चन, इस वायर दे विच असी सपोज करंट फ्लो करना स्टार्ट कर दिता तो की होएगा? अकॉर्डिंग टू द विजुअलाइजेशन ऑफ माइकल फैराडे की होएगा? जे असी करंट फ्लो कराना स्टार्ट करवा दिए इस वायर दे अंदर तो की होगा कि जेड़ा करंट फ्लो होने दे नाल एक फोर्स जनरेट होएगी जेड़ी कि सर्कुलर मोशन दे विच मूव करेगी। मैंने एक मैग्नेटिक कंपस रखी तो वो की करेगी, मूव करना शुरू कर देगी। कंपस दा जेड़ा नॉर्थ पोल है उसनू फोर्स लगेगी इस डायरेक्शन दे विच। उस डायग्राम तो जो कि असी ड्रॉ कीती सी, मैं तुहानू की दस्सिया सीगा कि जेड़ा फील्ड है, फील्ड मैग्नेटिक फील्ड उस डायरेक्शन दे विच नॉर्थ पोल मूव करेगा एंड द साउथ पोल विल मूव इन द अपोजिट डायरेक्शन। सो जदों भी असी इस वायर दे अंदर करंट फ्लो करवाया तो नॉर्थ पोल ने किधर मूव करना शुरू करता, लाइक दिस। नॉर्थ पोल नू सर्कुलर मोशन दे विच फोर्स लगनी शुरू हो गई, नॉर्थ साउथ। लाइक दिस। सो इस तरह यह मूव करना शुरू हो गया, लाइक दिस। सो ये सी मैक्सवेल दी सॉरी माइकल फैराडे दी विजुअलाइजेशन। पर माइकल फैराडे नू लोगों ने सीरियसली नहीं लिया क्योंकि सिर्फ विजुअलाइजेशन दे बेस दे ऊपर किसी भी कॉन्सैप्ट नू एग्री करवाना लोगों नू थोड़ा डिफिकल्ट टास्क है। बट उसकी विजुअलाइजेशन नू एग्जैक्टली मैक्सवेल ने एक्सप्लेन किया विद द हेल्प ऑफ 4 मैथमैटिकल इक्वेशंस ते उसनू एक्सेप्ट किया गया। सिंपली हो कि रहा है, तुसी दोनों डायग्राम्स तो देख सकते हो। अगर कोई करंट फ्लो नहीं कर रहा उस टाइम के ऊपर इस मैग्नेटिक कंपास के ऊपर कोई फोर्स नहीं लगेगी। द नॉर्थ पोल विल अलाइन टूवर्ड द नॉर्थ पोल ऑफ द अर्थ एंड द साउथ पोल विल अलाइन टूवर्ड द साउथ पोल। बट जदों असी इस वायर दे विच करंट पास ऑन करते हैं तो करंट नू पास करन तो बाद की होएगा, नॉर्थ पोल दे ऊपर एक फोर्स लगेगी जेड़ी कि उसनू सर्कुलर मोशन दे विच मूव करवाएगी। क्लियर? सो हुण असी की दसना है, असी ये दसना है कि इस दे ऊपर उस फोर्स दी डायरेक्शन की होएगी। जेड़ी फोर्स इसनू सर्कुलर मोशन च मूव करवा रही है उसनू उसदी डायरेक्शन असी फाइंड आउट किस तरह करांगे। हुण इस दे डायरेक्शन ए भी हो सकती है और डायरेक्शन ए भी हो सकती है। तो उस डायरेक्शन को फाइंड आउट करने के लिए असी यूज़ करांगे राइट हैंड थंब रूल। राइट हैंड थंब रूल नाल तुसी ऑलरेडी फैमिलीयर हो। जदों मैं तुहानू उत्थे लॉरेंस फोर्स दे विच राइट हैंड थंब रूल लगवाया सी, मैं तुहानू उदों दस्सिया सी कि तुसी कोई होर कॉन्सैप्ट भी यूज़ कर सकते हो, बट राइट हैंड थंब रूल असी हर जगह अप्लाई करांगे। तो इको ही कंसैप्ट असी अगर रखांगे तो डिफिकल्टी नहीं होएगी। सो इत्थे भी असी की यूज़ करांगे, इत्थे भी यूज़ करांगे असी टू फाइंड आउट द डायरेक्शन बाय यूजिंग राइट हैंड थंब रूल। हुण राइट हैंड थंब रूल की कहता है? राइट हैंड थंब रूल ये कहता है कि अपनिया राइट हैंड दियां फिंगर, राइट हैंड नू जिस वायर दे विचों करंट फ्लो कर रहा है उस वायर दे नू होल्ड करो अपने राइट हैंड दे नाल। ते थंब किस डायरेक्शन दे विच पॉइंट करना चाहिए है? थंब पॉइंट करना चाहिए है जिस डायरेक्शन दे विच तुहाडा करंट फ्लो कर रहा है। हुण इस केस दे विच साडा करंट किस डायरेक्शन दे विच फ्लो कर रहा है? इन द अपवर्ड डायरेक्शन। ठीक है। सो इस राइट हैंड नू राइट हैंड दे नाल इस वायर नू होल्ड किया। ठीक है। करंट दी डायरेक्शन अपवर्ड है। सो कर्ल योर फिंगर्स नू कर्ल करो। जेड़ी डायरेक्शन दे विच तुहाडियां फिंगर्स कर्ल हो रही ने दैट डायरेक्शन विल गिव यू द डायरेक्शन ऑफ मैग्नेटिक फील्ड। क्लियर?
और मैं ਤੁਹਾਨੂੰ ਇਹੀ ਦੱਸਿਆ ਸੀ ਕਿ ਜਿਹੜਾ ਨੌਰਥ ਪੋਲ ਹੈ that will align itself in the direction of applied magnetic field and the south pole will align itself in the direction opposite to the direction of applied magnetic field. So ਸਾਡੇ ਕੋਲ ਦੋ possibilities ਬਣਦੀਆਂ ਨੇ. First possibility ਕੀ ਹੈ ਕਿ ਅਗਰ ਇਸ ਵਾਇਰ ਦੇ ਵਿੱਚ ਕਰੰਟ ਅਪਵਰਡ ਡਾਇਰੈਕਸ਼ਨ ਦੇ ਵਿੱਚ ਹੈ ਤਾਂ ਕੀ ਹੋਏਗਾ, ਮੈਗਨੈਟਿਕ ਫੀਲਡ ਇਸ ਡਾਇਰੈਕਸ਼ਨ ਦੇ ਵਿੱਚ ਲੱਗੇਗਾ. ਬਟ ਅਗਰ ਸਾਡੇ ਕੋਲ ਜਿਹੜਾ ਕਰੰਟ ਹੈ ਉਹ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ ਫਲੋ ਕਰ ਰਿਹਾ ਹੈ ਲਾਈਕ ਦਿਸ, ਤਾਂ ਯੂਜ਼ ਰਾਈਟ ਹੈਂਡ ਕਰਨਾ ਹੈ. ਥੰਬ ਵਿਲ ਪੁਆਇੰਟ ਇਨ ਦਾ ਡਾਊਨਵਰਡ ਡਾਇਰੈਕਸ਼ਨ, ਕਰਲ ਯੂਅਰ ਫਿੰਗਰਸ, ਤਾਂ ਕਿਹੜੀ ਡਾਇਰੈਕਸ਼ਨ ਹੈ, ਲਾਈਕ ਦਿਸ, ਕਲੌਕਵਾਈਜ਼. ਸੋ ਇਸ ਕੇਸ ਦੇ ਵਿੱਚ ਜਿਹੜੀ ਡਾਇਰੈਕਸ਼ਨ ਹੋਏਗੀ ਉਹ ਕੀ ਹੋਏਗੀ, ਦਿਸ, opposite to the direction ਜੋ ਅਸੀਂ previously ਪੜ੍ਹੀ ਹੈ. ਸੋ ਬੇਸਿਕਲੀ ਰਾਈਟ ਹੈਂਡ ਥੰਬ ਰੂਲ ਦੇ ਵਿੱਚ ਅਸੀਂ ਕੀ ਦੇਖਿਆ ਕਿ ਥੰਬ ਹੈ ਜਿਹੜਾ ਉਹ ਪੁਆਇੰਟ ਕਰੇਗਾ ਡਾਇਰੈਕਸ਼ਨ ਆਫ ਕਰੰਟ ਵੱਲ, ਤੇ ਜਿਹੜੀਆਂ ਫਿੰਗਰਸ ਨੇ ਉਹ ਤੁਹਾਨੂੰ ਦੱਸਣਗੀਆਂ ਕਿ ਜਿਹੜਾ ਮੈਗਨੈਟਿਕ ਫੀਲਡ ਹੈ ਉਹਦੀ ਡਾਇਰੈਕਸ਼ਨ ਕੀ ਹੈ. ਸੋ ਵਿਜ਼ੂਅਲਾਈਜੇਸ਼ਨ ਵੀ ਇਹੀ ਕਹਿ ਰਹੀ ਸੀ ਕਿ ਇੱਕ ਫੋਰਸ ਐਕਟ ਕਰ ਰਹੀ ਹੈ ਸਰਕਲ ਦੇ ਵਿੱਚ, ਤੇ ਜਦੋਂ ਮੈਥਮੈਟਿਕਲੀ ਦੇਖਿਆ ਗਿਆ ਉਦੋਂ ਵੀ ਇਹੀ ਪਿਕਚਰ ਸਾਹਮਣੇ ਆਈ ਕਿ ਜਿਹੜੀ ਫੀਲਡ ਦੀ ਡਾਇਰੈਕਸ਼ਨ ਹੈ ਉਹ ਕੀ ਹੈ, ਸਰਕੂਲਰ. ਤੇ ਇਹੀ ਅਸੀਂ ਸਿੰਪਲ ਵੇ ਦੇ ਨਾਲ ਅੰਡਰਸਟੈਂਡ ਕੀਤਾ ਸੀਗਾ ਕਿ ਜਿਹੜਾ ਨੌਰਥ ਪੋਲ ਹੈ that will move toward the direction of applied magnetic field and the south pole will move toward the direction opposite to the applied magnetic field. So students, ਇਹ ਸੀਗੀ ਗੱਲ ਕਿ ਜਦੋਂ ਆਪਣੇ ਕੋਲ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਅਸੀਂ ਕੈਲਕੂਲੇਟ ਕਰਨੀ ਹੈ ਕਿ ਅਗਰ ਕਰੰਟ ਕੈਰਿੰਗ ਵਾਇਰ ਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਤਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਏਗੀ. ਠੀਕ ਹੈ. ਸੋ ਨੈਕਸਟ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਨਿਊ ਟੌਪਿਕ, ਬਿਓਟ-ਸਵਾਰਟਸ ਲਾ. ਬਿਓਟ ਸੀਗੇ ਜਿਹੜੇ ਇਹ ਫ੍ਰੈਂਚ ਸਾਇੰਟਿਸਟ ਸੀ, ਫ੍ਰੈਂਚ ਦੇ ਫਿਜ਼ਿਸਟ ਸੀ. ਠੀਕ ਹੈ. ਜਨਰਲੀ ਕੀ ਹੈ ਕਿ ਇਹ ਵੀ ਲਾਅ ਹਰ ਬਹੁਤ ਸਾਰੇ ਪਰਸਨਸ ਨੂੰ ਡਿਫਿਕਲਟ ਲੱਗਦਾ ਹੈ. ਰੀਜ਼ਨ ਫਿਰ ਉਹੀ ਹੈ ਕਿ ਜਦੋਂ ਤੱਕ ਸਾਨੂੰ ਇਹ ਚੀਜ਼ ਕਲੀਅਰ ਨਾ ਹੋਏ ਕਿ ਅਸੀਂ ਕੋਈ ਲਾਅ ਜਾਂ ਕੋਈ ਵੀ ਕਨਸੈਪਟ ਕਿਉਂ ਪੜ੍ਹ ਰਹੇ ਹਾਂ, ਸਾਨੂੰ ਉਹ ਡਿਫਿਕਲਟ ਲੱਗੇਗਾ. ਠੀਕ ਹੈ. ਤੇ ਜਦੋਂ ਸਾਨੂੰ ਇਹ ਚੀਜ਼ ਕਲੀਅਰ ਹੋ ਜਾਏ ਕਿ ਅਸੀਂ ਲਾਅ ਨੂੰ ਕਿਉਂ ਪੜ੍ਹ ਰਹੇ ਹਾਂ ਤਾਂ ਸਾਨੂੰ ਉਹ ਲਾਅ ਵੀ ਈਜ਼ੀ ਲੱਗੇਗਾ. ਤੇ ਦੂਜੀ ਚੀਜ਼ ਇਹ ਹੁੰਦੀ ਹੈ, ਅਗਰ ਅਸੀਂ ਆਪਣੀ ਪ੍ਰੀ ਐਗਜ਼ਿਸਟਿੰਗ ਨੌਲੇਜ ਨੂੰ ਕੋਰੀਲੇਟ ਕਰੀਏ ਉਸ ਦੇ ਨਾਲ ਜੋ ਅਸੀਂ ਨਿਊ ਅੰਡਰਸਟੈਂਡਿੰਗ ਕਰਨੀ ਹੈ, ਉਦੋਂ ਉਹ ਚੀਜ਼ ਹੋਰ ਵੀ ਈਜ਼ੀ ਹੋ ਜਾਂਦੀ ਹੈ. ਕਲੀਅਰ. तो सेम इज हियर. बियोट-सवार्ट्स लॉ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਮੰਨ ਲਓ ਭੁੱਲ ਜੋ ਕਿ ਅਸੀਂ ਮੈਗਨੇਟਿਜ਼ਮ ਪੜ੍ਹ ਰਹੇ ਹਾਂ. ਲੈਟ ਅਸ ਸਪੋਜ਼ ਵੀ ਆਰ ਨਾਟ ਡਿਸਕਸਿੰਗ ਐਨੀਥਿੰਗ ਅਬਾਊਟ ਮੈਗਨੇਟਿਜ਼ਮ. ਅਸੀਂ ਵਾਪਸ ਚੱਲਦੇ ਹਾਂ. ਜੋ ਤੁਸੀਂ ਇਲੈਕਟ੍ਰੋਸਟੈਟਿਕ ਦੇ ਵਿੱਚ ਸਟੱਡੀ ਕੀਤਾ ਸੀ ਅਸੀਂ ਉਸ ਨੂੰ ਸੋਚਦੇ ਹਾਂ. ਕੀ ਸਟੱਡੀ ਕੀਤਾ ਸੀ ਉੱਥੇ, ਤੁਸੀਂ ਕੀ ਪੜ੍ਹਿਆ ਹੋਇਆ ਹੈ ਕਿ ਸਪੋਜ਼ ਕਰੋ ਸਾਡੇ ਕੋਲ ਕੋਈ ਚਾਰਜ ਡਿਸਟ੍ਰੀਬਿਊਸ਼ਨ ਹੈ, ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਮੈਂ ਲੈ ਲਈ. ਠੀਕ ਹੈ. ਇੱਥੇ ਕੋਈ ਪੁਆਇੰਟ P ਹੈ. ਮੇਰਾ ਕੁਐਸਚਨ ਕੀ ਹੈ ਕਿ ਤੁਸੀਂ ਇਸ ਲਾਈਨ ਚਾਰਜ ਡਿਸਟ੍ਰੀਬਿਊਸ਼ਨ ਕਰਕੇ ਇਸ ਪੁਆਇੰਟ ਦੇ ਉੱਪਰ ਕਿੰਨਾ ਇਲੈਕਟ੍ਰਿਕ ਫੀਲਡ ਹੈ ਉਸ ਨੂੰ ਕੈਲਕੂਲੇਟ ਕਰਨਾ ਹੈ. ਤਾਂ ਤੁਸੀਂ ਕੀ ਕਰੋਗੇ, ਇੱਕ ਸਮਾਲ ਰੀਜਨ ਲੈ ਲਓਗੇ. ਸਪੋਜ਼ ਆਹ ਰੀਜਨ ਲੈ ਲਿਆ. ਠੀਕ ਹੈ. ਇਸ ਰੀਜਨ ਦੇ ਕਰਕੇ ਇਸ ਪੁਆਇੰਟ ਦੇ ਉੱਪਰ ਕਿੰਨਾ ਇਲੈਕਟ੍ਰਿਕ ਫੀਲਡ ਐਕਟ ਕਰ ਰਿਹਾ ਹੈ ਉਸ ਨੂੰ ਕੈਲਕੂਲੇਟ ਕਰ ਲਓਗੇ. ਲੈਟ ਅਸ ਸਪੋਜ਼ ਦੈਟ ਇਜ਼ DE1. ਠੀਕ ਹੈ. ਫਿਰ ਹੋਰ ਕੋਈ ਰੀਜਨ ਲੈ ਲਓਗੇ. ਮੀਨਸ ਇਸ ਪੂਰੀ ਚਾਰਜ ਡਿਸਟ੍ਰੀਬਿਊਸ਼ਨ ਨੂੰ ਤੁਸੀਂ ਛੋਟੇ ਪੀਸਿਸ ਦੇ ਵਿੱਚ ਡਿਵਾਈਡ ਕਰੋਗੇ. ਹਰ ਪੀਸ ਦੇ ਲਈ ਇੱਕ ਕਿੰਨਾ ਇਲੈਕਟ੍ਰਿਕ ਫੀਲਡ ਐਕਟ ਕਰ ਰਿਹਾ ਹੈ ਉਸ ਨੂੰ ਕੈਲਕੂਲੇਟ ਕਰੋਗੇ ਤੇ ਐਂਡ ਦੇ ਵਿੱਚ ਕੀ ਕਰੋਗੇ, ਉਹਨਾਂ ਸਾਰਿਆਂ ਨੂੰ ਐਡ ਕਰ ਦੋਗੇ to find out the total value of electric field acting on this point due to this charge distribution. Simple. ठीक है. पर क्वेश्चन ये है कि तुसी किस तरह find out करोगे कि कितना इलेक्ट्रिक फील्ड इस स्मॉल चार्ज करके इत्थे एक्ट कर रहा है. ठीक है. किस ਨੂੰ यूज़ करोगे. ਤਾਂ अगर ਤੁਹਾਨੂੰ याद होए इलैक्ट्रोस्टैटिक ਦੇ ਵਿੱਚ ਤੁਸੀਂ ਇੱਕ ਲਾਅ ਪੜ੍ਹਿਆ ਸੀ
ਕੂਲਮਸ ਲॉ। ਕੂਲਮ ਲॉ ਨੂੰ ਯੂਜ਼ ਕਰਕੇ ਤੁਸੀਂ ਕੀ ਕੈਲਕੂਲੇਟ ਕੀਤਾ ਸੀ, ਕਿਸੇ ਵੀ ਚਾਰਜ ਕਰਕੇ ਕਿਸੇ ਵੀ ਪੁਆਇੰਟ ਦੇ ਉੱਪਰ ਕਿੰਨਾ ਇਲੈਕਟ੍ਰਿਕ ਫੀਲਡ ਐਕਟ ਕਰ ਰਿਹਾ ਹੈ ਉਸ ਨੂੰ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ, ਸੋ ਹੁਣ ਇਸ ਚਾਰਜ ਡਿਸਟ੍ਰੀਬਿਊਸ਼ਨ ਦੀ ਜਗ੍ਹਾ ਤੇ ਅਗਰ ਸਾਡੇ ਕੋਲ ਹੁਣ ਵਾਪਸ ਤੁਸੀਂ ਮੈਗਨੇਟਿਜ਼ਮ ਦੇ ਵਿੱਚ ਆ ਜਾਓ। ਠੀਕ ਹੈ, ਹੁਣ ਸਾਡੇ ਕੋਲ ਕੀ ਹੈ, ਸਾਡੇ ਕੋਲ ਕੋਈ ਚਾਰਜ ਹੈ ਜਿਸ ਨੂੰ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰਵਾਇਆ ਹੈ, ਜਾਂ ਸਾਡੇ ਕੋਲ ਕੋਈ ਕਰੰਟ ਕੈਰਿੰਗ ਵਾਇਰ ਹੈ। ਅਸੀਂ ਇਹ ਦੇਖਣਾ ਹੈ, ਸਾਨੂੰ ਪਤਾ ਹੈ ਕਿ ਅਗਰ ਕੋਈ ਚਾਰਜ ਮੈਗਨੈਟਿਕ ਫੀਲਡ ਦੇ ਅੰਦਰ ਮੂਵ ਕਰ ਰਿਹਾ ਹੈ ਜਾਂ ਕਿਸੇ ਵਾਇਰ ਦੇ ਵਿੱਚੋਂ ਅਸੀਂ ਕਰੰਟ ਫਲੋ ਕਰੀਏ ਤਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਰਿਹਾ ਹੈ। ਅਸੀਂ ਇਹ ਦੇਖਣਾ ਹੈ ਕਿ ਕਿੰਨਾ ਮੈਗਨੈਟਿਕ ਫੀਲਡ ਹੈ, ਹਾਊ ਮਚ, ਕਿੰਨਾ ਹੈ ਮੈਗਨੈਟਿਕ ਫੀਲਡ ਦੀ ਵੈਲਿਊ। ਤਾਂ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਉਹਦੇ ਲਈ ਸਾਨੂੰ ਇੱਕ ਲਾਅ ਦੀ ਜ਼ਰੂਰਤ ਹੈ, ਜਿਸ ਲਾਅ ਨੂੰ ਅਸੀਂ ਨਾਮ ਦਿੱਤਾ ਹੈ ਬਿਓਟ-ਸਵਾਰਟਸ ਲਾਅ। ਕਲੀਅਰ? ਸੋ ਕੂਲਮਸ ਲਾਅ ਇਨ ਇਲੈਕਟ੍ਰੋਸਟੈਟਿਕਸ ਕਿਹਦੇ ਇਕੁਇਵਲੈਂਟ ਹੈ, ਇਕੁਇਵਲੈਂਟ ਟੂ ਬਿਓਟ-ਸਵਾਰਟਸ law in magnetism. In magnetism. Clear? So I think ਹੁਣ ਤੁਹਾਨੂੰ ਮੀਨਿੰਗ ਕਲੀਅਰ ਹੋ ਗਿਆ ਕਿ ਕਿਉਂ ਅਸੀਂ ਬਿਓਟ-ਸਵਾਰਟਸ law ਨੂੰ ਪੜ੍ਹ ਰਹੇ ਹਾਂ। ਕਿਉਂਕਿ ਅਸੀਂ ਕਿਸੇ ਚਾਰਜ ਡਿਸਟ੍ਰੀਬਿਊਸ਼ਨ ਦੇ ਵਿੱਚ ਜਿਵੇਂ ਇਲੈਕਟ੍ਰਿਕ ਫੀਲਡ ਕੈਲਕੂਲੇਟ ਕੀਤਾ ਸੀਗਾ, ਤਾਂ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰਨ ਦੇ ਲਈ ਸਾਨੂੰ ਕੀ ਜ਼ਰੂਰਤ ਸੀ ਕਿ ਅਸੀਂ ਕਿਵੇਂ ਕੈਲਕੂਲੇਟ ਕਰਾਂਗੇ, ਤਾਂ ਇੱਕ ਲਾਅ ਚਾਹੀਦਾ ਸੀ। ਉਹ ਲਾਅ ਕਿਹੜਾ ਸੀਗਾ? ਕੂਲਮਸ ਲਾਅ। ਸੋ ਉੱਥੇ ਅਸੀਂ ਇਲੈਕਟ੍ਰੋਸਟੈਟਿਕਸ ਦੇ ਵਿੱਚ ਕੀ ਯੂਜ਼ ਕੀਤਾ? ਕੂਲਮ ਲਾਅ। ਬਟ ਅਗਰ ਸਾਡੇ ਕੋਲ ਕੋਈ ਕਰੰਟ ਕੈਰਿੰਗ ਵਾਇਰ ਹੈ, ਉਹਦੇ ਵਿੱਚ ਅਸੀਂ ਦੇਖਣਾ ਹੈ ਕਿ ਕਿੰਨਾ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗਾ, ਤਾਂ ਸਾਨੂੰ ਮੈਗਨੇਟਿਜ਼ਮ ਦੇ ਵਿੱਚ ਵੀ ਕਿਸੇ ਲਾਅ ਦੀ ਜ਼ਰੂਰਤ ਪਏਗੀ। ਉਹ ਲਾਅ ਕਿਹੜਾ ਹੈ? ਬਿਓਟ-ਸਵਾਰਟਸ ਲਾਅ। ਸੋ ਇਸ ਕਰਕੇ ਅਸੀਂ ਇਸ ਲਾਅ ਨੂੰ ਸਟੱਡੀ ਕਰਾਂਗੇ। ਬਟ ਕਿਸ ਤਰ੍ਹਾਂ ਸਟੱਡੀ ਕਰਾਂਗੇ, ਕੀ ਹੈ ਇਹ ਲਾਅ, ਕਿਹੜੇ ਫੈਕਟਰਸ ਤੇ ਇਹ ਡਿਪੈਂਡ ਕਰਦਾ ਹੈ, ਉਹ ਅਸੀਂ ਡਿਸਕਸ ਕਰਨਾ ਹੈ। ਤਾਂ ਵਾਪਸ ਚੱਲਦੇ ਹਾਂ ਅਸੀਂ ਆਪਣੀ ਇਲੈਕਟ੍ਰੋਸਟੈਟਿਕਸ ਦੀ ਨੌਲੇਜ ਦੇ ਵਿੱਚ। ਇਲੈਕਟ੍ਰੋਸਟੈਟਿਕਸ ਦੇ ਵਿੱਚ ਅਸੀਂ ਕੀ ਡਿਸਕਸ ਕੀਤਾ ਸੀ ਕਿ ਜਿਹੜਾ ਕੂਲਮਸ ਲਾਅ ਹੈ, ਕੂਲਮ ਲਾਅ ਹੈ, ਉਹ ਕਿਹਦੇ ਉੱਪਰ ਡਿਪੈਂਡ ਕਰਦਾ ਹੈ। ਅਗਰ ਸਾਡੇ ਕੋਲ ਕੋਈ ਚਾਰਜ ਡਿਸਟ੍ਰੀਬਿਊਸ਼ਨ ਹੈ, ਠੀਕ ਹੈ, ਸਪੋਜ਼ ਕਰੋ ਅਸੀਂ ਕੋਈ ਚਾਰਜ ਡਿਸਟ੍ਰੀਬਿਊਸ਼ਨ ਲਿੱਤੀ, ਸਮਾਲ ਪਾਰਟ ਲਿੱਤਾ dq, ਇੱਥੇ ਕੋਈ ਪੁਆਇੰਟ P ਹੈ ਜੋ ਕਿ r ਡਿਸਟੈਂਸ ਦੇ ਉੱਪਰ ਹੈ। ਠੀਕ ਹੈ, ਤਾਂ ਇਸ ਪੁਆਇੰਟ ਦੇ ਉੱਪਰ ਅਸੀਂ ਕੈਲਕੂਲੇਟ ਕਰਨੀ ਹੈ ਇਲੈਕਟ੍ਰਿਕ ਫੀਲਡ ਦੀ ਵੈਲਿਊ, ਤਾਂ ਕਿੰਨੀ ਹੋਏਗੀ? dE ਇਹਦੇ ਇਕੁਅਲ ਸੀਗਾ ਇਜ਼ ਇਕੁਅਲ ਟੂ dq upon r square, ਜਾਂ ਪ੍ਰਪੋਰਸ਼ਨਲ ਲਿਖ ਸਕਦੇ ਹੋ, dq upon r square ਦੇ ਇਕੁਅਲ। ਠੀਕ ਹੈ, ਸੋ ਇਨ ਕੇਸ ਆਫ ਮੈਗਨੇਟਿਜ਼ਮ, ਜੇ ਸਾਡੇ ਕੋਲ ਕੋਈ ਕਰੰਟ ਕੈਰਿੰਗ ਵਾਇਰ ਹੈ, ਸਪੋਜ਼ ਦਿਸ ਇਜ਼ ਅ ਕਰੰਟ ਕੈਰਿੰਗ ਵਾਇਰ, I ਕਰੰਟ ਇਸ ਵਾਇਰ ਦੇ ਵਿੱਚੋਂ ਫਲੋ ਕਰ ਰਿਹਾ ਹੈ, ਅਸੀਂ ਕੋਈ ਸਮਾਲ ਐਲੀਮੈਂਟ ਲੈ ਲਿਆ ਇਸ ਦਾ dl, ਤੇ ਇੱਥੇ ਕੋਈ ਪੁਆਇੰਟ ਹੈ P, ਇਸ ਪੁਆਇੰਟ P ਤੇ ਜਿਹਦੀ ਡਿਸਟੈਂਸ ਕਿੰਨੀ ਹੈ? r ਹੈ। ਅਸੀਂ ਕੈਲਕੂਲੇਟ ਕਰਨਾ ਹੈ ਕਿ ਕਿੰਨਾ ਮੈਗਨੈਟਿਕ ਫੀਲਡ ਐਕਟ ਕਰ ਰਿਹਾ ਹੈ, ਤਾਂ ਉਹ ਕਿਹੜੇ ਫੈਕਟਰਸ ਦੇ ਉੱਪਰ ਡਿਪੈਂਡ ਕਰੇਗਾ, ਅਸੀਂ ਇਹ ਕੈਲਕੂਲੇਟ ਕਰਨਾ ਚਾਹੁੰਦੇ ਹਾਂ। ਠੀਕ ਹੈ, ਸੋ ਇੱਥੇ ਕਿਹਦੇ ਉੱਪਰ ਡਿਪੈਂਡ ਕਰ ਰਿਹਾ ਸੀ? ਇੱਥੇ ਡਿਪੈਂਡ ਕਰ ਰਿਹਾ ਸੀਗਾ ਕਿ ਚਾਰਜ ਕਿੰਨਾ ਹੈ। ਤਾਂ ਓਬਵੀਅਸਲੀ ਦੀ ਚੀਜ਼ ਹੈ, ਜਦੋਂ ਅਸੀਂ ਹਰ ਚੀਜ਼ ਕੋਰਿਲੇਟ ਕਰ ਰਹੇ ਹਾਂ, ਕਹਿ ਰਹੇ ਹਾਂ ਕਿ ਇਕੁਇਵਲੈਂਟ ਹੈ, ਦੈਟ ਮੀਨਸ ਕਿ ਇੱਥੇ ਵੀ ਚਾਰਜ ਤੇ ਡਿਪੈਂਡ ਕਰੇਗਾ। ਬਟ ਕੁਐਸਚਨ ਇਹ ਹੈ ਕਿ ਇੱਥੇ ਚਾਰਜ ਦੋ ਤਰੀਕੇ ਦੇ ਨਾਲ ਕਾਊਂਟ ਹੋਏਗਾ। ਪਹਿਲੀ ਗੱਲ ਕਿ ਕਿੰਨਾ ਹੈ ਕਰੰਟ, ਕਿੰਨਾ ਹੈ ਮੀਨਸ ਕਿੰਨੇ ਚਾਰਜ ਫਲੋ ਕਰ ਰਹੇ ਨੇ। ਠੀਕ ਹੈ, ਦੂਸਰੀ ਚੀਜ਼ ਕਿ ਲੈਂਥ ਕਿੰਨੀ ਹੈ, ਮੀਨਸ ਵਾਇਰ ਦੀ ਕਰੰਟ ਕਿੰਨਾ ਹੈ, ਮੀਨਸ ਕਿ ਪਹਿਲਾ ਫੈਕਟਰ ਤਾਂ ਹੋ ਗਿਆ ਕਰੰਟ ਕਿੰਨਾ ਹੈ, ਕਿ ਕਿੰਨੇ ਚਾਰਜ ਮੂਵ ਕਰ ਰਹੇ ਨੇ। ਠੀਕ ਹੈ, ਦੂਸਰੀ ਚੀਜ਼ ਕਿ ਲੈਂਥ ਕਿੰਨੀ ਹੈ, ज़्यादा लेंथ मीनस ज़्यादा चार्जिस, घट लेंथ मीनस घट चार्जिस। सो सब तो पहली गल तो ये कि डिपेंड करेगा करंट के उपर, दूसरा किदे उपर डिपेंड करेगा लेंथ के उपर, कि जिन्नी ज़्यादा लेंथ होएगी अमाउंट ऑफ चार्ज उन्ना ज़्यादा होएगा तो उन्ना ही ज़्यादा
फ्लो करेगा करंट, ठीक है। सो आई करंट अगर इस वायर दे विचों फ्लो कर रहा है तो अमाउंट ऑफ मैग्नेटिक फील्ड असी कहांगे कि प्रपोर्शनल है करंट फ्लो कितना हो रहा है, ठीक है। दूसरी चीज़ ये प्रपोर्शनल है लेंथ दे DL जो इस केस दे विच असी लैके चल रहे हैं। हुण वापस इलैक्ट्रोस्टैटिक्स जाने कूलम लॉ दे विच असी क्या सी कि जिस पॉइंट दे उपर असी इलैक्ट्रिक फील्ड कैलकुलेट करना है वह पॉइंट इस एलिमेंट तो कितने डिस्टेंस दे उपर है ओदे इनवर्सली प्रोपोर्शनल होएगा स्क्वायर दे, ठीक है। सेम थिंग इज हियर यह पॉइंट सपोज करो इत्थे r डिस्टेंस दे उपर है, ठीक है। तो मैग्नेटिक फील्ड है जेड़ा वो इनवर्सली प्रोपोर्शनल होएगा इस दे स्क्वायर दे। तो साडे कोल 3 फैक्टर आ गए, पहले 2 फैक्टर चार्ज की कॉन्ट्रीब्यूशन दस रहे ने ते लास्ट वाला फैक्टर थर्ड फैक्टर सानू दस रहा है कि जिहड़ी डिस्टेंस है वो किस तरह कॉन्ट्रीब्यूट करेगी, ठीक है। बट स्टोरी इत्थे ही एंड नहीं होंदी, इन्ना ईजी भी नहीं हुंदा हर चीज़ नू सॉल्व करना, ठीक है। बट की प्रॉब्लम है उरे हुण एक फैक्टर होर कॉन्ट्रीब्यूट होएगा। की कॉन्ट्रीब्यूशन है कि जिहड़ा मैग्नेटिक फील्ड है ये डायरेक्शन ते भी डिपेंड करता है कि जिहड़ा करंट है वो किस डायरेक्शन दे विच फ्लो हो रहा है। सो उस डायरेक्शन नू अंडरस्टैंड करन दे लई असीं की करांगे एंगल बनावांगे, क्योंकि जदों असीं डायरेक्शन की गल कर रहे हैं मीनस असीं एंगल नू इंट्रोड्यूस कर रहे हैं, ठीक है। तो एंगल 2 वैक्टर्स दे विच होएगा, ठीक है। हुण वो वैक्टर किहड़े-किहड़े होणगे। पहला वैक्टर तो होएगा कि जिहड़ा साडा करंट एलीमेंट है। सो जदों असीं डायरेक्शन की गल करनी है तो साडे कोल एंगल है। एंगल हमेशा 2 वैक्टर्स दे विच होएगा ते वो 2 वैक्टर उरे किहड़े ने। सब तो पहला साडा है करंट एलीमेंट ते करंट एलीमेंट दी जिहड़ी डायरेक्शन है वो किहड़ी होएगी जिस डायरेक्शन दे विच इस करंट एलीमेंट दे विचों करंट फ्लो कर रहा है। तो वो डायरेक्शन फाइंड आउट करन दे लई सानू की करना पएगा टेंजेंट ड्रॉ करनी पएगी। तो जदों असी इस पॉइंट के उपर टेंजेंट ड्रॉ करांगे तो किहड़ी डायरेक्शन बन रही है ए डायरेक्शन एक्टिंग इस पॉइंट नू मैं ओ पॉइंट मान के चल रही हाँ तो एक्टिंग टूवर्ड ओ ए डैश। अगर थोड़ा करंट एलीमेंट इस जगह ते हुंदा तो टेंजेंट इधर भी बननी सी, ठीक है। इस पॉइंट ते हुंदा तो टेंजेंट इस डायरेक्शन। सो फर्स्ट वैक्टर किहड़ा होया तुहाडे कोल करंट एलीमेंट जिहड़ा तुसी चूज किया है जिस एलीमेंट दे करके असी इस पॉइंट P दे ऊपर कैलकुलेट करना है स्मॉल अमाउंट ऑफ मैग्नेटिक फील्ड कितना एक्ट कर रहा है, ठीक है। सो एक वैक्टर साडे कोल आ गया ए वाला। दूसरा वैक्टर किहड़ा होएगा इस करंट एलीमेंट तो ज्वाइन करो लाइन P पॉइंट तक। P पॉइंट किहड़ा है वो पॉइंट जिस दे ऊपर तुसी कैलकुलेट करना है अमाउंट ऑफ मैग्नेटिक फील्ड। जदों तुसी इन्हां दोनों पॉइंट्स नू ज्वाइन करोगे तो जिहड़ा दोनों दे विच एंगल बन रहा है 2 वैक्टर्स आ गए साडे कोल जिहड़ा दोनों दे विच एंगल बन रहा है मैग्नेटिक फील्ड की जिहड़ी स्ट्रेंथ है वो इस दे ऊपर भी डिपेंड करती है। सो फोर्थ फैक्टर साडे कोल की आ गया मैग्नेटिक फील्ड इज डायरेक्टली प्रोपोर्शनल टू साइन ऑफ एंगल थीटा बिटवीन दीज 2 वैक्टर्स। हुण जो भी आउटकम है उसनू अगर असी कंबाइन करिए तो की होएगा प्रोपोर्शनल टू IDL साइन थीटा अपॉन r स्क्वायर। सो ये एक्सप्रैशन आ गई साडे कोल बियोट-सवार्ट्स लॉ दी। बट ए साइन की है प्रोपोर्शनैलिटी दा ते हमेशा सानू ये पता है जदों किसी भी इक्वेशन दे विच साइन होवे प्रोपोर्शनैलिटी दा उसनू हटा के असी एक कॉन्सटेंट इंट्रोड्यूस करते हैं, ठीक है। जिवें असी कूलम्स लॉ दे विच 1/4 पाई एप्सिलॉन नॉट नू यूज़ किया सी इत्थे असी इंट्रोड्यूस करांगे कॉन्सटेंट म्यू नॉट अपॉन 4 पाई IDL साइन थीटा अपॉन r स्क्वायर। क्लियर। म्यू नॉट इत्थे की है परमिएबिलिटी ऑफ फ्री स्पेस या वैक्यूम। तो ये उसी तरह है जिस तरह तुसी इलैक्ट्रोस्टैटिक्स दे विच अंडरस्टैंड किया से परमिटिविटी दा कॉन्सैप्ट, क्लियर। सो ये एक्सप्रैशन है जिहड़ी ये मैग्नीट्यूड है मैग्नेटिक फील्ड दा। बट
ਸਾਨੂੰ ਪਤਾ ਹੈ ਅਸੀਂ ਇਹ ਕਹਿ ਰਹੇ ਹਾਂ ਕਿ ਡਾਇਰੈਕਸ਼ਨ ਹੁੰਦੀ ਹੈ ਮੈਗਨੈਟਿਕ ਫੀਲਡ ਦੀ ਕਿਉਂਕਿ ਵੈਕਟਰ ਕੁਆਂਟੀਟੀ ਹੈ ਠੀਕ ਹੈ। ਸੋ ਅਸੀਂ ਇਸ ਐਕਸਪ੍ਰੈਸ਼ਨ ਨੂੰ ਚੇਂਜ ਕਰਾਂਗੇ ਇਨ ਵੈਕਟਰ ਫਾਰਮ ਤੇ ਉਹਦੇ ਲਈ ਤੁਹਾਨੂੰ ਕੀ ਕਰਨਾ ਪਏਗਾ ਸਾਨੂੰ ਦੇਖੋ ਚਾਹੀਦਾ ਕੀ ਹੈ ਕਰੰਟ ਇੱਥੇ ਹੈ ਸਾਨੂੰ ਕੀ ਚਾਹੀਦਾ ਹੈ ਕਿ ਇਹ ਵੈਕਟਰ ਹੈ ਤਾਂ ਇੱਕ ਹੋਰ ਵੈਕਟਰ ਉੱਪਰ ਵਾਲੇ ਨਿਊਮੀਨੇਟਰ ਦੇ ਵਿੱਚ ਇੰਟਰੋਡਿਊਸ ਕਰਨਾ ਹੈ। ਸੋ ਉਸ ਨੂੰ ਇੰਟਰੋਡਿਊਸ ਕਰਾਂਗੇ ਜਦੋਂ ਤਾਂ ਸਾਡੇ ਕੋਲ ਕੀ ਐਕਸਪ੍ਰੈਸ਼ਨ ਆਏਗੀ dB ਵੈਕਟਰ ਇਜ਼ ਇਕੁਅਲ ਟੂ mu naught I upon 4 pi dl ਵੈਕਟਰ cross r ਵੈਕਟਰ upon r cube। ਹੁਣ ਇਸ ਐਕਸਪ੍ਰੈਸ਼ਨ ਨੂੰ ਥੋੜਾ ਅੰਡਰਸਟੈਂਡ ਕਰਦੇ ਹਾਂ ਕਿ ਇਹ ਕਿਸ ਤਰ੍ਹਾਂ ਆਈ। ਦੇਖੋ साइन थीटा है साइन थीटा किस तरह आएगा अगर थोनू वैक्टर्स वाला स्केलर ते क्रॉस प्रोडक्ट वाला यूनिट तुसी +1 दे विच चंगी तरह स्टडी किया है तो थोनू पता होएगा क्रॉस प्रोडक्ट दे विच की आएगा साइन ऑफ एंगल थीटा। हुण असी डिनोमिनेटर दे विच r वैक्टर नू लेके आना है ते सानू पता है कि यूनिट वैक्टर किस दे इक्वल हुंदा है वैक्टर डिवाइड बाय इट्स मैग्नीट्यूड। सी क्लियर। सो जदों असी वैक्टर लिखा है ਇਹਦਾ ਮਤਲਬ ਕੀ ਹੈ ਕਿ ਅਸੀਂ ਮਲਟੀਪਲਾਈ ਕੀਤਾ ਹੈ r ਨੂੰ r ਕੈਪ ਦੇ ਨਾਲ ਤਾਂ ਜਿਹੜਾ ਇੱਥੇ r ਇੰਟਰੋਡਿਊਸ ਕੀਤਾ ਉਸ ਨੂੰ ਕੈਨਸਲ ਆਊਟ ਕਰਨ ਦੇ ਲਈ ਸਾਨੂੰ ਡਿਨੋਮੀਨੇਟਰ ਦੇ ਵਿੱਚ ਇੱਕ r ਲਗਾਉਣਾ ਪਏਗਾ। ਕਲੀਅਰ। ਸੋ ਇੱਥੇ r ਸਕੁਅਰ ਸੀਗਾ ਇੱਥੇ ਕੀ ਬਣ ਜਾਏਗਾ r ਕਿਊਬ ਤੇ ਵੈਕਟਰ ਆ ਜਾਏਗਾ ਉੱਪਰ। ਕਲੀਅਰ। ਸੋ ਇਹ ਕੀ ਬਣ ਗਿਆ dB ਵੈਕਟਰ ਇਜ਼ ਇਕੁਅਲ ਟੂ mu naught I upon 4 pi dl ਵੈਕਟਰ ਕਰੰਟ ਐਲੀਮੈਂਟ ਐਂਡ ਇਹ ਕਿਹੜਾ ਵੈਕਟਰ ਹੈ ਡਿਸਟੈਂਸ ਵਾਲਾ ਜਿਹੜਾ ਕਿ ਕਰੰਟ ਐਲੀਮੈਂਟ ਦਾ ਡਿਸਟੈਂਸ ਸੀਗਾ ਫਰੋਮ ਦਾ ਪੁਆਇੰਟ ਵੇਅਰ ਵੀ ਵਾਂਟ ਟੂ ਕੈਲਕੂਲੇਟ ਦਾ ਮੈਗਨੈਟਿਕ ਫੀਲਡ। ਸੋ ਇਹ ਹੈ ਵੈਕਟਰ ਐਕਸ ਫਾਰਮ ਆਫ ਬਿਓਟ-ਸਵਾਰਟਸ ਲਾਅ ਤੇ ਇਹ ਸਕੇਲਰ ਫਾਰਮ ਹੈ ਬਿਓਟ-ਸਵਾਰਟਸ ਲਾਅ ਦੀ ਟੂ ਕੈਲਕੂਲੇਟ ਦਾ ਮੈਗਨੈਟਿਕ ਫੀਲਡ। ਠੀਕ ਇਹ ਤਾਂ ਸੀ ਕਿ ਬਿਓਟ-ਸਵਾਰਟਸ ਲਾਅ ਹੈ ਕੀ ਠੀਕ ਹੈ ਤੇ ਕਿਹੜੇ ਕਿਹੜੇ ਫੈਕਟਰਸ ਨੇ ਜਿਨ੍ਹਾਂ ਦੇ ਉੱਪਰ ਅਮਾਉਂਟ ਆਫ ਮੈਗਨੈਟਿਕ ਫੀਲਡ ਡਿਪੈਂਡ ਕਰਦਾ ਹੈ। ਅਸੀਂ ਇਲੈਕਟ੍ਰੋਸਟੈਟਿਕਸ ਦੇ ਵਿੱਚ ਆਲਰੇਡੀ ਜੋ ਕੂਲਮਸ ਲਾਅ ਦੇ ਵਿੱਚ ਪੜ੍ਹ ਚੁੱਕੇ ਹਾਂ ਅਸੀਂ ਉਸੇ ਨੌਲੇਜ ਦੀ ਹੈਲਪ ਦੇ ਨਾਲ ਬਿਓਟ-ਸਵਾਰਟਸ ਲਾਅ ਨੂੰ ਦੇਖਿਆ ਕਿ ਕਿਹੜੇ ਕਿਹੜੇ ਫੈਕਟਰਸ ਦੇ ਉੱਪਰ ਡਿਪੈਂਡ ਕਰਦਾ ਹੈ। ਸਿਰਫ ਚੇਂਜ ਕਿੱਥੇ ਆਈ ਦੇਖੋ ਸਾਰਾ ਲਾਅ ਸੇਮ ਹੈ ਸਿਰਫ ਚੇਂਜ ਕਿੱਥੇ ਆਈ ਹੈ ਚੇਂਜ ਆਈ ਹੈ ਇਸ ਜਗ੍ਹਾ ਤੇ ਐਂਗਲ डायरेक्शन कि केड़े एंगल्स दे ऊपर डिपेंड करते हैं वैल्यू वो साइन थीटा दे जिहड़ा मैगनैटिक फील्ड है वो साइन थीटा दे ऊपर डिपेंड करता है तो उस फैक्टर नूं असीं इत्थे इंट्रोड्यूस किया। क्लीयर। हुण नैक्सट लैक्चर दे विच असीं डिस्कस करांगे कि जिहड़ा डायरेक्शन है मैगनैटिक फील्ड दी वो किहड़ी होएगी। बियोट-सवार्ट्स लॉ तां असीं पढ़ लिया कैलकुलेट कर लिया अमाउंट ऑफ मैगनैटिक फील्ड मैगनीट्यूड भी देख लिया तो वैक्टर फॉर्म भी देख ली बट इस मैगनैटिक फील्ड की डायरेक्शन केड़ी होएगी वो असी देखना है। ठीक है। सो स्टूडेंट्स अज के लैक्चर दे विच असी डिस्कस किया कि जिहड़ा मैगनैटिक फील्ड है ਉਹਦੀ डायरेक्शन की हुंदी है। अगर एक करंट कैरिंग वायर दे विचों करंट पास कराया जाए तो जिहड़ा मैगनैटिक फील्ड है ਉਹਦੀ डायरेक्शन ਕਿਹੜੀ ਹੋਏਗੀ ਅਸੀਂ ਯੂਜ਼ ਕੀਤਾ ਰਾਈਟ ਹੈਂਡ ਥੰਬ ਰੂਲ ਟੂ ਕੈਲਕੂਲੇਟ ਦਾ ਫਾਈਂਡ ਦਾ डायरेक्शन ਆਫ ਮੈਗਨੈਟਿਕ ਫੀਲਡ ਤੇ ਉਸ ਤੋਂ ਬਾਅਦ ਅਸੀਂ ਇੱਕ ਲਾਅ ਡਿਸਕਸ ਕੀਤਾ ਬਹੁਤ ਹੀ ਇੰਪੋਰਟੈਂਟ ਲਾਅ ਹੈ ਬਿਓਟ-ਸਵਾਰਟਸ ਲਾਅ। ਮੁਸ਼ਕਿਲ ਇਸ ਕਰਕੇ ਲੱਗਦਾ ਹੈ ਕਿਉਂਕਿ ਪਤਾ ਨਹੀਂ ਹੁੰਦਾ ਕਿ ਇਹਨੂੰ ਕਿਉਂ ਯੂਜ਼ ਕਰ ਰਹੇ ਹਾਂ ਪਰ ਇਲੈਕਟ੍ਰੋਸਟੈਟਿਕਸ ਦੀ ਹੈਲਪ ਦੇ ਨਾਲ ਅਸੀਂ ਤੁਹਾਨੂੰ ਦੱਸਿਆ ਕਿ ਇਹ ਲਾਅ ਅਸੀਂ ਕਿਉਂ ਪੜ੍ਹਨਾ ਹੈ। ठीक है। तो इस लॉ दे विच केड़े केड़े फैक्टर्स ने जिन्हां ते ये डिपेंड करता है तो इसकी एक्सप्रैशन फाइंड आउट की। सो अज के लैक्चर दे लई इन्ना ही। अगले लैक्चर दे विच मिलांगे तो डिस्कस करांगे फाइंड आउट करांगे डायरेक्शन ऑफ मैगनैटिक फील्ड इन केस ऑफ बियोट-सवार्ट्स लॉ। थैंक यू।